ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਈ ਲਾਇਬ੍ਰੇਰੀ ਦੇ ਸੰਬੰਧ ਵਿੱਚ ਕੁਝ ਸੰਖੇਪ ਬੇਨਤੀਆਂ ਕਰਨੀਆਂ ਚਾਹੁੰਦਾ ਹਾਂ ਜੀ। ਇਹ ਈ ਲਾਇਬ੍ਰੇਰੀ ਬਣਾਉਣ ਦਾ ਮਨੋਰਥ ਕੀ ਸੀ? ਇਸ ਦੇ ਕਈ ਕਾਰਨ ਸਨ। ਕੁਝ ਕਾਰਨਾਂ ਬਾਰੇ ਆਪ ਜੀ ਨਾਲ ਵਿਚਾਰ ਕਰਾਂਗਾ। ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਪਵਿੱਤਰ ਉਪਦੇਸ਼ਾਂ ਵਿੱਚ ਇਹ ਬਚਨ ਰਿਕਾਰਡ ਹਨ ਕਿ ਪਾਤਸ਼ਾਹ ਜੀ ਨਾਮਧਾਰੀ ਪੰਥ ਦਾ ਇਤਿਹਾਸ ਮਾਈਕਰੋਫਿਚ ਜਾਂ ਹੋਰ ਆਧੁਨਿਕ ਤਰੀਕੇ ਨਾਲ ਸੰਭਾਲਣ ਲਈ ਯਤਨਸ਼ੀਲ ਸਨ। ਪੁਰਾਤਨ ਅਤੇ ਦੁਰਲੱਭ ਪੁਸਤਕਾਂ ਇਸ ਕਾਰਜ ਨਾਲ ਸਾਂਭ ਹੋ ਸਕਦੀਆਂ ਹਨ। ਕਈ ਦੁਰਲੱਭ ਪੁਸਤਕਾਂ ਹਾਲੇ ਤੱਕ ਵੀ ਨਹੀਂ ਛਪੀਆਂ ਅਤੇ ਉਹਨਾਂ ਦੀ ਸਿਰਫ ਇੱਕ ਹੀ ਕਾਪੀ ਮੌਜੂਦ ਹੈ ਅਤੇ ਉਸ ਨੂੰ ਆਮ ਜਨਤਾ ਦੇਖ ਵੀ ਨਹੀਂ ਸਕਦੀ। ਕਈ ਪੁਸਤਕਾਂ ਦੀ ਛਪਾਈ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ। ਹੁਣ ਇਹਨਾਂ ਦੀ ਮਿਲਣ ਦੀ ਆਸ ਨਾ ਦੇ ਬਰਾਬਰ ਹੈ। ਕਈ ਛਪੀਆਂ ਪੁਸਤਕਾਂ ਜਲਦੀ ਵਿਕ ਜਾਂਦੀਆਂ ਹਨ ਅਤੇ ਫਿਰ ਨਹੀਂ ਛਪਦੀਆਂ। ਕਈ ਕਾਰਨਾਂ ਕਰਕੇ ਪੁਸਤਕਾਂ ਵਿੱਚ ਕਾਫੀ ਅਦਲ ਬਦਲ ਕਰ ਦਿੱਤੀ ਜਾਂਦੀ ਹੈ। ਜੇਕਰ ਪੁਰਾਤਨ ਪੁਸਤਕ ਮਿਲ ਜਾਵੇ ਤਾਂ ਸਹਿਜ ਹੀ ਪਤਾ ਲਗਾਇਆ ਜਾ ਸਕਦਾ ਹੈ ਕਿ ਕਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਪੁਰਾਤਨ ਪੁਸਤਕਾਂ ਦੀ ਕਈ ਵਾਰੀ ਬੁਰੀ ਹਾਲਤ ਹੁੰਦੀ ਹੈ। ਇਹ ਸਕੈਨਿੰਗ ਦੁਆਰਾ ਕਾਫੀ ਹੱਦ ਤੱਕ ਠੀਕ ਕਰਕੇ ਪੜ੍ਹ ਸਕਦੇ ਹਾਂ। ਕਈ ਵਾਰੀ ਸਾਨੂੰ ਪੁਸਤਕਾਂ ਦਾ ਪਤਾ ਹੀ ਨਹੀਂ ਹੁੰਦਾ ਜਿਹੜੀਆਂ ਆਮ ਲਾਇਬ੍ਰੇਰੀਆਂ ਵਿੱਚ ਹਨ। ਕਈ ਪੁਰਾਤਨ ਅਤੇ ਦੁਰਲੱਭ ਪੁਸਤਕਾਂ ਆਮ ਜਨਤਾ ਨੂੰ ਦੇਖਣ ਨੂੰ ਵੀ ਨਹੀਂ ਮਿਲਦੀਆਂ। ਕਈ ਸਕੈਨ ਕੀਤੀਆਂ ਪੁਸਤਕਾਂ ਤਬਦੀਲ ਕਰਕੇ ਐਡਿਟ ਵੀ ਹੋ ਸਕਦੀਆਂ ਹਨ। ਸਾਡਾ ਉਦੇਸ਼ ਇਹੋ ਹੈ ਕਿ ਇਹਨਾਂ ਸਾਰੀਆਂ ਪੁਸਤਕਾਂ ਨੂੰ ਆਮ ਲਾਇਬ੍ਰੇਰੀਆਂ ਵਿੱਚੋਂ ਕੱਢ ਕੇ ਸਾਧ ਸੰਗਤ ਵਿੱਚ ਲਿਆਇਆ ਜਾਵੇ। ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਈ ਲਾਇਬ੍ਰੇਰੀ ਦਾ ਮੋਟੋ ਹੈ ਕਿ ਇਹ ਪੁਸਤਕਾਂ ਕੋਈ ਵੀ ਕਿਸੇ ਥਾਂ ਵੀ ਅਤੇ ਕਿਸੇ ਵਕਤ ਵੀ ਦੇਖ ਸਕਦਾ ਹੈ। ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਦੂਰਅੰਦੇਸ਼ੀ ਨਾਲ ਸ਼ੁਰੂ ਕੀਤੇ ਨਾਮਧਾਰੀ ਵਿਦਿਅਕ ਸੰਮੇਲਨਾਂ ਵਿੱਚ ਮੈਨੂੰ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਇਹ ਸੰਮੇਲਨ ਸ੍ਰੀ ਭੈਣੀ ਸਾਹਿਬ, ਸ੍ਰੀ ਜੀਵਨ ਨਗਰ, ਮੰਡੀ ਅਤੇ ਦਿੱਲੀ ਵਿੱਚ 1960 ਦੇ ਦਹਾਕੇ ਵਿੱਚ ਹੋਏ ਸਨ। ਇਹਨਾਂ ਸਮਾਗਮਾਂ ਵਿੱਚ ਹਿੱਸਾ ਲੈਣ ਕਰਕੇ ਮੇਰੇ ਮਨ 'ਤੇ ਇੱਕ ਬਹੁਤ ਡੂੰਘਾ ਪ੍ਰਭਾਵ ਪਿਆ। ਇਹਨਾਂ ਸਮਾਗਮਾਂ ਵਿੱਚੋਂ ਮਿਲੀ ਸਿੱਖਿਆ ਅਤੇ ਵਿਦਵਾਨਾਂ ਦੇ ਮੇਲ ਨਾਲ ਮੇਰੇ ਆਉਣ ਵਾਲੇ ਜੀਵਨ ਨੂੰ ਇੱਕ ਵੱਖਰੀ ਸੇਧ ਮਿਲੀ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਅਤੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਪਵਿੱਤਰ ਉਪਦੇਸ਼ ਸੁਣ ਕੇ ਮੇਰੇ ਮਨ ਵਿੱਚ ਸੀ ਕਿ ਇਹਨਾਂ ਰਿਕਾਰਡਿੰਗਸ ਨੂੰ ਸਾਂਭਿਆ ਜਾਵੇ। ਸ੍ਰੀ ਸਤਿਗੁਰੂ ਜੀ ਦੀ ਅਪਾਰ ਕਿਰਪਾ ਅਤੇ ਆਸ਼ੀਰਵਾਦ ਨਾਲ ਮੇਰੇ ਜੰਮਪਲ ਅਤੇ ਵਿਦਿਆ ਦੇ ਇਸ ਹੁਨਰ ਨਾਲ ਆਡੀਓ, ਵੀਡੀਓ ਅਤੇ ਪੁਸਤਕਾਂ ਨੂੰ ਇਕੱਠਿਆਂ ਕਰਨਾ ਆਰੰਭ ਕੀਤਾ। ਮੇਰੇ ਮਾਂ-ਬਾਪ ਦੀ ਸਿੱਖਿਆ ਅਤੇ ਆਸ਼ੀਰਵਾਦ ਅਤੇ ਵਿਦਵਾਨਾਂ ਦੀ ਸੰਗਤ ਦਾ ਵੀ ਇਸ ਕਾਰਜ ਵਿੱਚ ਬਹੁਤ ਵੱਡਾ ਹਿੱਸਾ ਹੈ। ਇਹ ਲਾਇਬ੍ਰੇਰੀ ਕਦੋਂ ਸ਼ੁਰੂ ਹੋਈ? ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਭੋਗ ਤੋਂ ਬਾਅਦ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੇ ਚਰਨਾਂ ਵਿੱਚ ਅਰਜ਼ ਕੀਤੀ ਕਿ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਮਿੱਠੀ ਯਾਦ ਵਿੱਚ ਇੱਕ ਡਿਜੀਟਲ ਲਾਇਬ੍ਰੇਰੀ ਬਣਾਉਣੀ ਚਾਹੁੰਦਾ ਹਾਂ ਜੀ। ਸ੍ਰੀ ਸਤਿਗੁਰੂ ਜੀ ਨੇ ਉਸੇ ਵਕਤ ਹੀ ਮਨਜ਼ੂਰੀ ਦੇ ਦਿੱਤੀ ਅਤੇ ਕਈ ਵਡਮੁੱਲੀਆਂ ਹਦਾਇਤਾਂ ਕੀਤੀਆਂ ਅਤੇ ਇਸ ਕਾਰਜ ਦੀ ਸਫਲਤਾ ਲਈ ਆਸ਼ੀਰਵਾਦ ਅਤੇ ਖੁਸ਼ੀਆਂ ਬਖਸ਼ੀਆਂ। 2019 ਦੇ ਹੋਲੇ ਮਹੱਲੇ ਸਮੇਂ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਨੇ ਆਪਣੇ ਕਰਕਮਲਾਂ ਨਾਲ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਈ ਲਾਇਬ੍ਰੇਰੀ ਦਾ ਉਦਘਾਟਨ ਕੀਤਾ। ਇਹ ਮੇਰੇ ਵਾਸਤੇ ਇੱਕ ਬਹੁਤ ਵੱਡਾ ਮਾਣ ਅਤੇ ਸੁਭਾਗ ਸੀ। ਸ੍ਰੀ ਸਤਿਗੁਰੂ ਜੀ ਦੀਆਂ ਅਪਾਰ ਖੁਸ਼ੀਆਂ ਮਿਲੀਆਂ ਅਤੇ ਉਹਨਾਂ ਦੇ ਚਰਨਾਂ ਉੱਪਰ ਨਮਸਕਾਰ ਕੀਤੀ। ਇਹ ਲਾਇਬ੍ਰੇਰੀ ਕਿਸ ਤਰ੍ਹਾਂ ਤਿਆਰ ਹੁੰਦੀ ਹੈ? ਸਭ ਤੋਂ ਪਹਿਲਾਂ ਉਹਨਾਂ ਪੁਸਤਕਾਂ, ਹਸਤਲਿਖਤ ਖਰੜਿਆਂ, ਤਸਵੀਰਾਂ, ਆਡੀਓ, ਵੀਡੀਓ ਆਦਿ ਨੂੰ ਹਾਸਲ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਆਪ ਸਭ ਨੂੰ ਜਾਣਕਾਰੀ ਹੈ ਕਿ ਆਡੀਓ, ਵੀਡੀਓ ਦਾ ਕਾਰਜ ਬਹੁਤ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਇਹ ਆਨਲਾਈਨ ਕਈ ਥਾਵਾਂ 'ਤੇ ਦੇਖਿਆ ਜਾ ਸਕਦਾ ਹੈ। ਇਸ ਵਕਤ ਸਿਰਫ ਪੁਸਤਕਾਂ ਦੀ ਹੀ ਜਾਣਕਾਰੀ ਵਾਸਤੇ ਅਰਜ਼ ਕਰਨੀ ਚਾਹੁੰਦਾ ਹਾਂ ਜੀ। ਪਹਿਲਾਂ ਇਹ ਪੁਸਤਕਾਂ ਦੀ ਸਕੈਨਿੰਗ ਇੱਕ ਛੋਟੇ ਸਕੈਨਰ ਨਾਲ ਕੀਤੀ ਜਾਂਦੀ ਸੀ ਜੋ ਕਿ ਤਕਰੀਬਨ 30-40 ਸਫ਼ੇ ਹੀ 1 ਘੰਟੇ ਵਿੱਚ ਕਰ ਸਕਦਾ ਸੀ। ਇਹ ਰਫ਼ਤਾਰ ਸਾਰੇ ਕਾਰਜ ਵਾਸਤੇ ਬਹੁਤ ਘੱਟ ਸੀ। ਫਿਰ ਇੱਕ ਖਾਸ ਸਕੈਨਰ ਬਣਾਇਆ ਗਿਆ ਜਿਹੜਾ 2 ਕੈਮਰਿਆਂ ਦੀ ਮਦਦ ਨਾਲ 2 ਸਫ਼ੇ ਇਕੱਠੇ ਸਕੈਨ ਕਰ ਸਕਦਾ ਹੈ। ਇਸ ਦੇ ਨਾਲ ਤਕਰੀਬਨ 700 ਸਫ਼ੇ 1 ਘੰਟੇ ਵਿੱਚ ਹੋ ਸਕਦੇ ਹਨ
ਖੱਬੇ ਤੇ ਸੱਜੇ ਸਫ਼ੇ ਬਾਅਦ ਵਿੱਚ ਤਰਤੀਬਵਾਰ ਇਕੱਠੇ ਕਰ ਲਏ ਜਾਂਦੇ ਹਨ। ਉਸ ਤੋਂ ਬਾਅਦ ਇੱਕ ਲੇਜ਼ਰ ਸਕੈਨਰ ਨਾਲ ਸਕੈਨਿੰਗ ਦਾ ਕੰਮ ਹੋਰ ਤੇਜ਼ ਹੋ ਗਿਆ। ਇਹ ਸਕੈਨਰ ਤਕਰੀਬਨ 900 ਸਫ਼ੇ 1 ਘੰਟੇ ਵਿੱਚ ਕਰ ਸਕਦਾ ਹੈ। ਸਕੈਨ ਕਰਨ ਤੋਂ ਬਾਅਦ ਇਹਨਾਂ ਦੀ ਬਰੀਕੀ ਨਾਲ ਪੜਤਾਲ ਕੀਤੀ ਜਾਂਦੀ ਹੈ। ਸਹੀ ਸਕੈਨਿੰਗ, ਡਿਸਕਿਊ, ਆਕਾਰ ਅਤੇ ਹੋਰ ਕਈ ਚੀਜ਼ਾਂ ਨੂੰ ਦੇਖਿਆ ਜਾਂਦਾ ਹੈ। ਇਹਨਾਂ ਸਕੈਨ ਹੋਏ ਸਫ਼ਿਆਂ ਦੀਆਂ ਕਮੀਆਂ ਨੂੰ ਠੀਕ ਅਤੇ ਦੂਰ ਕੀਤਾ ਜਾਂਦਾ ਹੈ। ਫਿਰ ਇਸ ਲਾਇਬ੍ਰੇਰੀ ਦੀ ਜਾਣਕਾਰੀ ਹਰੇਕ ਸਫ਼ੇ 'ਤੇ ਪਾਈ ਜਾਂਦੀ ਹੈ। ਇੱਕ ਪੁਸਤਕ ਦੇ ਸਾਰੇ ਸਫ਼ਿਆਂ ਨੂੰ ਇਕੱਠੇ ਕਰਕੇ ਇੱਕ PDF ਬਣਾਈ ਜਾਂਦੀ ਹੈ ਜੋ ਕਿ ਇੰਟਰਨੈਟ ਵਾਸਤੇ ਤਿਆਰ ਹੁੰਦੀ ਹੈ। ਇਸ ਪੁਸਤਕ ਦੀ ਜਾਣਕਾਰੀ ਇਸ ਲਾਇਬ੍ਰੇਰੀ ਦੇ ਤਜ਼ਕਰੇ 'ਤੇ ਪਾਈ ਜਾਂਦੀ ਹੈ, ਜਿਸ ਵਿੱਚ ਪੁਸਤਕ ਦਾ ਨਾਮ, ਲੇਖਕ, ਭਾਸ਼ਾ, ਕੁੱਲ ਸਫ਼ੇ ਆਦਿ ਦਰਜ ਕੀਤੇ ਜਾਂਦੇ ਹਨ। ਇਹ ਤਜ਼ਕਰਾ ਵੀ ਇਸ ਲਾਇਬ੍ਰੇਰੀ ਵਿੱਚ ਸ਼ਾਮਲ ਹੈ। ਫਿਰ ਇਹ PDF ਸਾਧ ਸੰਗਤ ਅਤੇ ਜਨਤਾ ਲਈ ਇੰਟਰਨੈਟ 'ਤੇ ਚਾੜੀ ਜਾਂਦੀ ਹੈ। ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਲਾਇਬ੍ਰੇਰੀ ਦੁਨੀਆ ਦੀ ਇੱਕ ਬਹੁਤ ਵੱਡੀ ਆਨਲਾਈਨ ਲਾਇਬ੍ਰੇਰੀ ਦਾ ਹਿੱਸਾ ਹੈ ਅਤੇ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੀ ਅਪਾਰ ਕਿਰਪਾ ਦੁਆਰਾ ਇੱਕ ਵੱਖਰੇ ਅਤੇ ਆਜ਼ਾਦ ਅਨੁਭਾਗ ਵਿੱਚ ਹੈ। ਇਸ ਲਾਇਬ੍ਰੇਰੀ ਵਿੱਚ ਕੀ ਹੈ? ਇਸ ਵਕਤ ਇਸ ਲਾਇਬ੍ਰੇਰੀ ਵਿੱਚ 1200 ਤੋਂ ਉੱਪਰ ਪੁਸਤਕਾਂ ਹਨ ਅਤੇ ਜਲਦੀ ਹੀ ਕੁਝ ਹੋਰ ਪੁਸਤਕਾਂ ਵੀ ਤਿਆਰ ਹੋ ਰਹੀਆਂ ਹਨ। ਇਸ ਲਾਇਬ੍ਰੇਰੀ ਵਿੱਚ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਉਰਦੂ ਵਿੱਚ ਪੁਸਤਕਾਂ ਹਨ। ਸਿੱਖਾਂ ਅਤੇ ਹਿੰਦੂਆਂ ਦੇ ਧਰਮ ਗ੍ਰੰਥ, ਪੁਰਾਤਨ ਗ੍ਰੰਥ, ਹਸਤਲਿਖਤ ਖਰੜੇ, ਗੁਰੂਆਂ ਬਾਰੇ, ਗੁਰਬਾਣੀ ਦੀਆਂ ਪੁਸਤਕਾਂ, ਨਾਮਧਾਰੀ ਅਤੇ ਸਿੱਖ ਲੇਖਕਾਂ ਦੀਆਂ ਪੁਸਤਕਾਂ ਹਨ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਅਤੇ ਕੂਕਾ ਅੰਦੋਲਨ ਬਾਰੇ 1863 ਤੋਂ ਸਰਕਾਰੀ ਦਸਤਾਵੇਜ਼, ਨਾਮਧਾਰੀ ਇਤਿਹਾਸ, ਪੰਜਾਬੀ ਭਾਸ਼ਾ ਬਾਰੇ ਕਾਇਦੇ ਤੋਂ ਲੈ ਕੇ PhD ਤੱਕ ਪੁਸਤਕਾਂ ਮਿਲ ਸਕਦੀਆਂ ਹਨ। ਸਤਿਯੁਗ, ਵਿਰਾਮ, ਵਰਤਮਾਨ ਹਿੰਦੁਸਤਾਨ ਵਰਗੀਆਂ ਪ੍ਰਕਾਸ਼ਨਾਂ ਅਤੇ ਹੋਰ ਬਹੁਤ ਸਾਰੀਆਂ ਪੁਸਤਕਾਂ ਹਨ। ਇਸ ਤੋਂ ਇਲਾਵਾ ਤਸਵੀਰਾਂ, ਪੋਸਟਰ ਅਤੇ ਕੈਲੰਡਰ ਵੀ ਸ਼ਾਮਲ ਹਨ। ਇਸ ਲਾਇਬ੍ਰੇਰੀ ਦਾ ਪੂਰਾ ਅਤੇ ਵਿਸਥਾਰਪੂਰਵਕ ਤਜ਼ਕਰਾ ਵੀ ਸ਼ਾਮਲ ਹੈ। ਲਾਇਬ੍ਰੇਰੀ ਕਿਸ ਤਰ੍ਹਾਂ ਦੇਖੀ ਜਾ ਸਕਦੀ ਹੈ? ਇਹ ਲਾਇਬ੍ਰੇਰੀ ਆਪ ਜੀ ਵਾਸਤੇ ਬਿਲਕੁਲ ਮੁਫਤ ਹੈ ਅਤੇ ਕੋਈ ਲੌਗਇਨ ਕਰਨ ਦੀ ਜ਼ਰੂਰਤ ਨਹੀਂ ਹੈ ਅਤੇ ਨਾ ਹੀ ਮੈਂਬਰ ਬਣਨ ਦੀ ਜ਼ਰੂਰਤ ਹੈ। ਇਸ ਦਾ ਲਿੰਕ ਆਪ ਸਕਰੀਨ 'ਤੇ ਦੇਖ ਸਕਦੇ ਹੋ। ਆਪ ਗੂਗਲ 'ਤੇ ਨਾਮਧਾਰੀ ਲਾਇਬ੍ਰੇਰੀ ਦੀ ਖੋਜ ਵੀ ਕਰ ਸਕਦੇ ਹੋ। ਲਾਇਬ੍ਰੇਰੀ ਕਿਸ ਤਰ੍ਹਾਂ ਵਰਤ ਸਕਦੇ ਹੋ? ਜਿਸ ਵਕਤ ਆਪ ਮੁੱਖ ਪੰਨੇ 'ਤੇ ਜਾਓਗੇ ਤਾਂ ਆਪਣੀ ਮਨਪਸੰਦ ਪੁਸਤਕ ਦੀ ਖੋਜ ਕਰ ਸਕਦੇ ਹੋ। ਅਗਰ ਆਪ ਅਬਾਊਟ ਬਟਨ ਨੂੰ ਦਬਾਓਗੇ ਤਾਂ ਲਾਇਬ੍ਰੇਰੀ ਦੀ ਵਿਸ਼ੇਸ਼ ਜਾਣਕਾਰੀ ਹਾਸਲ ਕਰ ਸਕਦੇ ਹੋ। ਇਸ ਵਿੱਚ ਆਪ ਲਾਇਬ੍ਰੇਰੀ ਦੀ ਹੋਰ ਜਾਣਕਾਰੀ, ਲਾਇਬ੍ਰੇਰੀ, ਸਤਿਯੁਗ ਅਤੇ ਵਿਰਾਮ ਦੇ ਮੁੱਖ ਤਜ਼ਕਰੇ ਦੇ ਲਿੰਕ ਨੂੰ ਦੇਖ ਸਕਦੇ ਹੋ। ਇਸ ਵਕਤ ਦੀ ਕੁੱਲ ਗਿਣਤੀ ਵੀ ਦੇਖ ਸਕਦੇ ਹੋ। ਕਲੈਕਸ਼ਨ ਦਾ ਬਟਨ ਦਬ ਕੇ ਆਪ ਮੁੱਖ ਸਫ਼ੇ 'ਤੇ ਆ ਜਾਓਗੇ। ਇਸ ਸਫ਼ੇ ਦੇ ਵਿਚਕਾਰ ਆਪ ਕੁਝ ਚੋਣ ਕਰ ਸਕਦੇ ਹੋ: ਵਿਊਜ਼, ਟਾਈਟਲ, ਡੇਟ ਪਬਲਿਸ਼ਡ, ਕ੍ਰੀਏਟਰ, ਕੁੱਲ ਗਿਣਤੀ, ਨਾਮ, ਪ੍ਰਕਾਸ਼ਨ ਤਰੀਕ ਅਤੇ ਲੇਖਕ। ਪ੍ਰਕਾਸ਼ਨ ਤਰੀਕ ਤੋਂ ਆਪ ਕੁਝ ਹੋਰ ਚੋਣ ਵੀ ਕਰ ਸਕਦੇ ਹੋ। ਇਹ ਆਪ ਜੀ ਨੂੰ ਆਪਣੀਆਂ ਮਨਪਸੰਦ ਪੁਸਤਕਾਂ ਦੀ ਚੋਣ ਵਿੱਚ ਮਦਦ ਕਰ ਸਕਦੇ ਹਨ। ਅਗਰ ਆਪ ਟਾਈਟਲ ਨੂੰ ਕਲਿੱਕ ਕਰੋਗੇ ਤਾਂ ਅੰਗਰੇਜ਼ੀ ਦੀ ABC ਦੀ ਲਾਈਨ ਨੂੰ ਦੇਖ ਸਕਦੇ ਹੋ। ਪੁਸਤਕ ਦੇ ਨਾਮ ਦੇ ਪਹਿਲੇ ਅੱਖਰ ਨਾਲ ਆਪ ਉਹਨਾਂ ਸਾਰੀਆਂ ਪੁਸਤਕਾਂ ਨੂੰ ਦੇਖ ਸਕਦੇ ਹੋ ਜੋ ਉਸ ਅੱਖਰ ਨਾਲ ਆਰੰਭ ਹੁੰਦੀਆਂ ਹਨ। ਇਸ ਦੇ ਸੱਜੇ ਪਾਸੇ 2 ਪ੍ਰਤੀਕ ਹਨ ਜਿਸ ਨਾਲ ਆਪ ਥੰਬਨੇਲ ਜਾਂ ਸੂਚੀ ਨਾਲ ਪੁਸਤਕਾਂ ਦੇਖ ਸਕਦੇ ਹੋ। ਬਿਲਕੁਲ ਖੱਬੇ ਪਾਸੇ ਆਪ ਜੀ ਦੀ ਖੋਜ ਵਾਸਤੇ ਕੁਝ ਹੋਰ ਵੀ ਚੋਣਾਂ ਹਨ: ਮੀਡੀਆ ਟਾਈਪਸ, ਈਅਰ, ਟੌਪਿਕਸ ਐਂਡ ਸਬਜੈਕਟਸ, ਕਲੈਕਸ਼ਨਸ, ਕ੍ਰੀਏਟਰ, ਲੈਂਗੁਏਜ। ਜੇਕਰ ਇਹਨਾਂ ਦੇ ਹੇਠ ਮੋਰ ਲਿਖਿਆ ਹੈ ਤਾਂ ਆਪ ਨੂੰ ਹੋਰ ਵੀ ਸਹੂਲਤ ਹੈ। ਉਦਾਹਰਨ ਲਈ ਕ੍ਰੀਏਟਰ ਦੇ ਹੇਠ ਮੋਰ ਹੈ ਤਾਂ ਆਪ ਇਸ ਸੂਚੀ ਨੂੰ ਵਿਸਥਾਰ ਨਾਲ ਦੇਖ ਸਕਦੇ ਹੋ। ਆਪ ਕਿਸੇ ਵੀ ਲੇਖਕ ਨੂੰ ਕਲਿੱਕ ਕਰੋ ਅਤੇ ਹੇਠਾਂ ਅਪਲਾਈ ਜਾਂ ਫਿਲਟਰ ਨੂੰ ਕਲਿੱਕ ਕਰੋ। ਆਪ ਜੀ ਦੇ ਮਨਪਸੰਦ ਲੇਖਕ ਦੀਆਂ ਸਾਰੀਆਂ ਪੁਸਤਕਾਂ ਹਾਜ਼ਰ ਹਨ। ਆਪ ਆਪਣੀ ਮਨਪਸੰਦ ਪੁਸਤਕ ਨੂੰ ਆਨਲਾਈਨ ਦੇਖ ਸਕਦੇ ਹੋ। ਹੇਠਲੀ ਲਾਈਨ ਵਿੱਚ ਆਪ ਜੀ ਵਾਸਤੇ ਹੋਰ ਸਹੂਲਤਾਂ ਵੀ ਹਨ। ਸਾਧ ਸੰਗਤ ਕੋਲੋਂ ਪ੍ਰਤੀਕਰਮ। ਸ੍ਰੀ ਸਤਿਗੁਰੂ ਜੀ ਦੀ ਅਪਾਰ ਕਿਰਪਾ ਨਾਲ ਆਪ ਸਭ ਨੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਲਾਇਬ੍ਰੇਰੀ ਨੂੰ ਭਰਵਾਂ ਹੰਗੂਰਾ ਦਿੱਤਾ ਹੈ।
ਅਤੇ ਬਹੁਤ ਸਾਰੇ ਅੱਛੇ ਵਿਚਾਰ ਮਿਲੇ ਹਨ। ਇਸ ਵਕਤ ਤੱਕ 76,000 ਤੋਂ ਉੱਪਰ ਪੁਸਤਕਾਂ ਨੂੰ ਦੇਖਿਆ ਗਿਆ ਹੈ ਅਤੇ ਇਹ ਸਿਰਫ ਪਿਛਲੇ 15 ਮਹੀਨਿਆਂ ਵਿੱਚ ਹੀ ਹੋਇਆ ਹੈ। ਅਸੀਂ ਆਪ ਜੀ ਦੇ ਇਸ ਸਹਿਯੋਗ ਦੇ ਅਤੀ ਧੰਨਵਾਦੀ ਹਾਂ। ਉਹਨਾਂ ਸਾਰੇ ਸੱਜਣਾਂ ਦਾ ਜਿਨ੍ਹਾਂ ਨੇ ਇਸ ਕਾਰਜ ਵਿੱਚ ਹਿੱਸਾ ਪਾਇਆ ਹੈ, ਅਸੀਂ ਨਿੱਜੀ ਤੌਰ 'ਤੇ ਆਪ ਸਭ ਦੇ ਸਹਿਯੋਗ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਅਸੀਂ ਨਿਮਰਤਾ ਨਾਲ ਆਪ ਜੀ ਦੇ ਇਸ ਸਹਿਯੋਗ ਦੇ ਅਤੀ ਆਭਾਰੀ ਹਾਂ। ਆਪ ਵੀ ਇਸ ਕਾਰਜ ਵਿੱਚ ਹਿੱਸਾ ਪਾ ਸਕਦੇ ਹੋ। ਅਸੀਂ ਆਪ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਆਪ ਵੀ ਇਸ ਈ ਲਾਇਬ੍ਰੇਰੀ ਨੂੰ ਦੇਖੋ ਅਤੇ ਆਪਣੇ ਕੀਮਤੀ ਵਿਚਾਰ ਦੱਸੋ। ਇਸ ਤਰ੍ਹਾਂ ਇਹ ਈ ਲਾਇਬ੍ਰੇਰੀ ਉਹਨਾਂ ਨਾਲੋਂ ਵੀ ਹੋਰ ਅੱਛੀ ਬਣ ਸਕਦੀ ਹੈ। ਆਪ ਇਸ ਈ ਲਾਇਬ੍ਰੇਰੀ ਵਿੱਚ ਕਈ ਤਰੀਕਿਆਂ ਨਾਲ ਹਿੱਸਾ ਪਾ ਸਕਦੇ ਹੋ। ਇਸ ਵਿੱਚ ਪੁਸਤਕਾਂ ਨੂੰ ਪੜ੍ਹੋ ਅਤੇ ਆਪਣੇ ਵਿਚਾਰ ਦੱਸੋ। ਆਪਣੇ ਕੀਮਤੀ ਸੁਝਾਅ ਸਕਰੀਨ 'ਤੇ ਲਿਖੇ ਈਮੇਲ 'ਤੇ ਭੇਜੋ। ਆਪ ਜੀ ਦੇ ਘਰ ਕੋਈ ਪੁਸਤਕ, ਤਸਵੀਰ ਜਾਂ ਦਸਤਾਵੇਜ਼ ਹੋਵੇ ਤਾਂ ਸਾਨੂੰ ਦਿਓ। ਅਸੀਂ ਉਸ ਨੂੰ ਸਕੈਨ ਕਰਕੇ ਆਪ ਜੀ ਨੂੰ ਵਾਪਸ ਕਰ ਦੇਵਾਂਗੇ ਅਤੇ ਆਪ ਜੀ ਦਾ ਨਾਮ ਲਿਸਟ ਵਿੱਚ ਲਿਖ ਲਵਾਂਗੇ। ਆਪ ਪੁਸਤਕਾਂ ਦੇ ਵੇਰਵੇ ਦਾ ਸੁਝਾਅ ਦੇ ਸਕਦੇ ਹੋ। ਸਕੈਨਿੰਗ ਦੇ ਕਾਰਜ ਵਿੱਚ ਹਿੱਸਾ ਪਾ ਸਕਦੇ ਹੋ। ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸੋ ਪੁਸਤਕਾਂ ਦੇ ਵਿਚਾਰਾਂ। ਕੁਝ ਅਰਜ਼ਾਂ ਇਸ ਈ ਲਾਇਬ੍ਰੇਰੀ ਵਿੱਚ ਕੁਝ ਖਾਸ ਪੁਸਤਕਾਂ ਬਾਰੇ ਕਰਨੀਆਂ ਚਾਹੁੰਦਾ ਹਾਂ, ਪਰ ਸਮੇਂ ਦੀ ਘਾਟ ਕਾਰਨ ਇਸ ਵਕਤ ਸੰਭਵ ਨਹੀਂ ਹੈ। ਫਿਰ ਕਦੀ ਮੌਕਾ ਮਿਲਿਆ ਤਾਂ ਜ਼ਰੂਰ ਇਹਨਾਂ ਬਾਰੇ ਵੀ ਦੱਸਣ ਦੀ ਕੋਸ਼ਿਸ਼ ਕਰਾਂਗਾ। ਜੇਕਰ ਕੋਈ ਗਲਤੀ ਹੋਈ ਹੈ ਤਾਂ ਆਪ ਜੀ ਤੋਂ ਖਿਮਾ ਦੀ ਆਸ ਕਰਦਾ ਹਾਂ। ਹੋਰ ਜਾਣਕਾਰੀ ਲਈ ਇਸ ਈਮੇਲ 'ਤੇ ਸੰਪਰਕ ਕਰੋ ਜੀ। ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ।